बच्चों अज दे BA 5th ਸਮੈਸਟਰ ਦੀ ਵਰਚੁਅਲ ਕਲਾਸ ਤੁਹਾਡਾ ਸਵਾਗਤ ਹੈ। ਕੱਲ ਅਸੀਂ ਜਿਹੜਾ ਹੈਗਾ ਯੂਨਿਟ 1 ਦਾ ਪਹਿਲਾ ਜਿਹੜਾ ਚੈਪਟਰ ਆਪਾਂ ਖਤਮ ਕਰ ਲਿਆ ਸੀ। ਇਸ ਯੂਨਿਟ ਦੇ ਵਿੱਚ ਦੋ ਚੈਪਟਰਸ ਨੇ ਹੈਗੇ ਹੈ। ਅਸੀਂ ਦੂਸਰਾ ਚੈਪਟਰ ਜਿਹੜਾ ਹੈ ਅੱਜ ਡਿਸਕਸ ਜਿਹੜਾ ਹੈ ਕਰਾਂਗੇ। ਇਸ ਚੈਪਟਰ ਦਾ ਨਾਮ ਹੈ ਤੁਲਾਤਮਕ ਵਿਧੀ ਜਾਂ ਕੰਪੈਰੀਟਿਵ ਮੈਥਡ। ਹੁਣ ਜਦੋਂ ਕੰਪੈਰੀਟਿਵ ਮੈਥਡ ਦੀ ਗੱਲ ਹੁੰਦੀ ਹੈ ਉਸ ਵੇਲੇ ਸਾਡੇ ਜ਼ਹਿਨ ਦੇ ਵਿੱਚ ਜਾਂ ਸਾਡੇ ਮਨ ਦੇ ਵਿੱਚ ਅਰਸਤੂ ਦਾ ਨਾਮ ਹੈ, ਕਿਉਂਕਿ ਅਰਸਤੂ ਹੀ ਪਹਿਲਾ ਵਿਚਾਰਕ ਸੀਗਾ ਜਿਨੇ ਯੂਨਾਨੀ ਨਗਰ ਰਾਜਾਂ ਦੇ 158 ਨਗਰ ਰਾਜਾਂ ਦਾ ਸੰਵਿਧਾਨਾਂ ਦਾ ਅਧਿਐਨ ਕਰਕੇ ਇੱਕ ਪੁਸਤਕ ਲਿਖੀ ਸੀਗੀ ਜਿਹਨੂੰ ਰਾਜਨੀਤੀ ਦੇ ਨਾਮ ਨਾਲ ਜਾਣਿਆ ਜਾਂਦਾ। ਸੋ ਉਹ ਪਹਿਲਾ ਵਿਚਾਰਕ ਸੀਗਾ ਜਿਨੇ ਤੁਲਾਤਮਕ ਵਿਧੀ ਦੀ ਜਿਹੜੀ ਹੈ ਉਹ ਵਰਤੋਂ ਕੀਤੀ ਸੀ। ਤੁਲਾਤਮਕ ਵਿਧੀ ਉਨੀ ਹੀ ਪੁਰਾਣੀ ਹੈ ਜਿੰਨੀ ਇਹ ਮਨੁੱਖੀ ਸਭਿਅਤਾ, ਕਿਉਂਕਿ ਅਗਰ ਅਸੀਂ ਗੱਲ ਕਰੀਏ, ਅਗਰ ਅਸੀਂ ਕਿਸੇ ਚੀਜ਼ ਨੂੰ ਸਮਝਣਾ ਹੈ ਫੋਰ ਐਗਜ਼ਾਮਪਲ, ਤਾਂ ਅਸੀਂ ਉਹਨੂੰ ਬਿਨਾਂ ਤੁਲਨਾ ਦੇ ਸਮਝ ਨਹੀਂ ਸਕਦੇ। ਜਦ ਤੱਕ ਅਸੀਂ ਤੁਲਨਾ ਨਹੀਂ ਕਰਾਂਗੇ ਦੋ ਚੀਜ਼ਾਂ ਦੇ ਵਿਚਕਾਰ, ਸਾਨੂੰ ਨਹੀਂ ਪਤਾ ਲੱਗੇਗਾ ਕਿਹੜੀ ਚੀਜ਼ ਦੂਸਰੀ ਚੀਜ਼ ਨਾਲੋਂ ਵਧੀਆ ਹੈ ਜਾਂ ਬਹੁਤ ਵਧੀਆ ਹੈ ਜਾਂ ਬਹੁਤ ਮਾੜੀ ਹੈ ਜਾਂ ਬਹੁਤ ਚੰਗੀ ਹੈ। ਇਸੇ ਤਰ੍ਹਾਂ ਰਾਜਨੀਤੀ ਦੇ ਸੰਬੰਧ ਦੇ ਵਿੱਚ ਜਦੋਂ ਅਸੀਂ ਵੱਖ-ਵੱਖ ਦੇਸ਼ਾਂ ਦੀਆਂ ਰਾਜਨੀਤਿਕ ਵਿਵਸਥਾਵਾਂ ਜਾਂ ਸੰਵਿਧਾਨਾਂ ਦੀ ਤੁਲਨਾ ਕਰਦੇ ਹਾਂ ਤੇ ਸਾਨੂੰ ਇਹ ਪਤਾ ਚੱਲਦਾ ਹੈ ਕਿ ਕਿਹੜੀ ਰਾਜਨੀਤਿਕ ਪ੍ਰਣਾਲੀ ਜਾਂ ਕਿਹੜੀਆਂ ਸੰਵਿਧਾਨਿਕ ਵਿਵਸਥਾਵਾਂ ਕਿਹਨਾਂ ਸੰਵਿਧਾਨਿਕ ਵਿਵਸਥਾਵਾਂ ਨਾਲੋਂ ਚੰਗੀਆਂ, ਬਹੁਤ ਚੰਗੀਆਂ, ਬਹੁਤ ਮਾੜੀਆਂ, ਮਾੜੀਆਂ ਜਾਂ ਬਹੁਤ ਗੰਦੀਆਂ। ਸੋ ਜਦ ਤੱਕ ਤੁਲਨਾ ਨਹੀਂ, ਇਸੇ ਕਰਕੇ ਜਿਹੜਾ ਅਰਸਤੂ ਸੀਗਾ ਉਹਨੇ ਕਿਹਾ ਸੀਗਾ ਕੰਪੈਰੀਜ਼ਨ ਇਜ਼ ਕੀ ਟੂ ਅੰਡਰਸਟੈਂਡ, ਮਤਲਬ ਤੁਲਾਤਮਕ ਵਿਧੀ ਰਾਹੀਂ ਹੀ ਅਸੀਂ ਜਿਹੜਾ ਹੈ ਚੀਜ਼ਾਂ ਨੂੰ ਸਪਸ਼ਟ ਕਰ ਸਕਦੇ ਹਾਂ, ਚੀਜ਼ਾਂ ਨੂੰ ਜ਼ਿਆਦਾ ਪਰਪੱਕ ਰੂਪ ਦੇ ਵਿੱਚ ਸਮਝ ਸਕਦੇ ਹਾਂ ਔਰ ਇੱਕ ਨਤੀਜੇ ਤੱਕ ਜਿਹੜਾ ਹੈ ਉਹ ਪਹੁੰਚ ਸਕਦੇ ਹਾਂ। ਸੋ ਤੁਲਾਤਮਕ ਵਿਧੀ ਨੂੰ ਵੀ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਜਿਹੜੀ 1950 ਤੋਂ ਪਹਿਲਾਂ ਵਾਲੀ ਤੁਲਾਤਮਕ ਵਿਧੀ ਸੀਗੀ ਉਹਨੂੰ ਅਸੀਂ ਪਰੰਪਰਾਵਾਦੀ ਤੁਲਾਤਮਕ ਵਿਧੀ ਕਹਿੰਦੇ ਹਾਂ, ਔਰ ਜਿਹੜੀ ਉਸ ਤੋਂ ਬਾਅਦ ਸੀਗੀ ਉਹਨੂੰ ਅਸੀਂ ਆਧੁਨਿਕ ਤੁਲਾਤਮਕ ਵਿਧੀ ਕਹਿੰਦੇ ਹਾਂ। ਕਿਉਂਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1950 ਦੇ ਵਿੱਚ ਜਿਹੜਾ ਅਮਰੀਕਾ ਸੀਗਾ ਉਹਦੇ ਵਿੱਚ ਵਿਵਹਾਰਿਕ ਕ੍ਰਾਂਤੀ ਹੋਈ। ਕਿਹੜੇ ਖੇਤਰ ਦੇ ਵਿੱਚ? ਰਾਜਨੀਤੀ ਸ਼ਾਸਤਰ ਦੇ ਖੇਤਰ 'ਚ ਜਾਂ ਤੁਲਾਤਮਕ ਅਧਿਐਨ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਹੋਈ ਜਿਹਨੇ ਇਹਨਾਂ ਦੋਨਾਂ ਵਿਵਸਥਾਵਾਂ ਦਾ ਜਾਂ ਇਹਨਾਂ ਦੋਨਾਂ ਵਿਸ਼ਿਆਂ ਦਾ ਜਿਹੜਾ ਸੀ ਵਿਸ਼ੇ ਵਸਤੂ ਨੂੰ ਜਿਹੜਾ ਸੀਗਾ ਉਹ ਬਦਲ ਕੇ ਰੱਖ ਦਿੱਤਾ। ਸੋ ਇਸ ਚੈਪਟਰ ਦੇ ਵਿੱਚ ਅਸੀਂ ਤੁਲਾਤਮਕ ਵਿਧੀ ਦਾ ਇਤਿਹਾਸ ਦੇਖਾਂਗੇ। ਤੁਲਾਤਮਕ ਵਿਧੀ ਦੇ ਵਿੱਚ ਕਿਹੜੀਆਂ ਵਿਧੀਆਂ ਦਾ ਪ੍ਰਯੋਗ ਕਰਕੇ ਅਸੀਂ ਆਪਣਾ ਜਿਹੜਾ ਹੈਗਾ ਤੁਲਾਤਮਕ ਜਿਹੜਾ ਹੈ ਅਧਿਐਨ ਜਿਹੜਾ ਹੈ ਉਹ ਕਰਦੇ ਹਾਂ ਜਾਂ ਉਹਨੂੰ ਅਮਲੀ ਜਾਮਾ ਜਿਹੜਾ ਹੈ ਪਹਿਨਾਉਂਦੇ। ਫਿਰ ਅਗਰ ਅਸੀਂ ਗੱਲ ਕਰੀਏ ਇਹਦੀਆਂ ਅਸੀਂ ਪ੍ਰੋਬਲਮਸ ਡਿਸਕਸ ਕਰਾਂਗੇ, ਠੀਕ ਹੈ। ਆਪਰੇਸ਼ਨਲ ਐਸਪੈਕਟ ਡਿਸਕਸ ਕਰਾਂਗੇ ਕੰਪੈਰੀਟਿਵ ਮੈਥਡ ਦਾ। ਆਪਰੇਸ਼ਨਲ ਜਿਹੜਾ ਐਸਪੈਕਟ ਹੈ ਉਹਦੇ ਉੱਤੇ ਜਿਹੜਾ ਹੈ ਅਸੀਂ ਨਜ਼ਰ ਮਾਰਾਂਗੇ, ਇਹਦਾ ਮੀਨਿੰਗ ਦੇਖਾਂਗੇ, ਕਿਹੜੇ ਸਟੈਪਸ ਹੁੰਦੇ ਆ ਜਾਂ ਕਿਹੜੀਆਂ ਵਿਧੀਆਂ ਹੁੰਦੀਆਂ ਜਿਹਦੇ ਰਾਹੀਂ ਜਿਹੜਾ ਅਸੀਂ ਹੈਗਾ ਹੈ ਉਹ ਤੁਲਾਤਮਕ ਵਿਧੀ ਦੀ ਵਰਤੋਂ ਜਿਹੜੀ ਹੈ ਉਹ ਆਪਾਂ ਕਰ ਸਕਦੇ ਹਾਂ। ਫਿਰ ਅਸੀਂ ਇਹਦਾ ਵਿਸ਼ੇ ਖੇਤਰ ਵੀ ਦੇਖਾਂਗੇ। ਫਿਰ ਅਸੀਂ ਇਹਦੀ ਇੰਪੋਰਟੈਂਸ ਤੇ ਯੂਟਿਲਿਟੀ ਆਫ ਜਿਹੜੀ ਕੰਪੈਰੀਟਿਵ ਮੈਥਡ ਹੈ ਉਹਨੂੰ ਵੀ ਪਰਪੱਕ ਰੂਪ ਦੇ ਵਿੱਚ ਜਿਹੜਾ ਹੈ ਅਸੀਂ ਉਹਦਾ ਅਧਿਐਨ ਜਿਹੜਾ ਹੈ ਉਹ ਕਰਾਂਗੇ। ਫਿਰ ਤੁਲਾਤਮਕ ਵਿਧੀ ਦੇ ਪ੍ਰਯੋਗ ਦੇ ਵਿੱਚ ਆਉਣ ਵਾਲੀਆਂ ਔਂਕੜਾਂ ਜਾਂ ਆਉਣ ਵਾਲੇ ਜਿਹੜੇ ਆਪਣੇ ਲਿਮਿਟੇਸ਼ਨਸ ਹੈ ਉਹਦੇ ਉੱਤੇ ਵੀ ਅਸੀਂ ਜਿਹੜੀ ਹੈ ਚਰਚਾ ਜਿਹੜੀ ਹੈ ਕਰਾਂਗੇ। ਸੋ ਇਹਦੇ ਵਿੱਚ ਅਸੀਂ ਜਿਹੜਾ ਆਪਣਾ ਪਹਿਲਾ ਕੁਐਸਚਨ ਹੈ ਉਹ ਡਿਸਕਸ ਕਰਾਂਗੇ। ਕੁਐਸਚਨ ਲਿਖ ਲਓ, what do you mean by comparative method? What do you mean by comparative method? Discuss its main characteristics. ਤੁਲਾਤਮਕ ਵਿਧੀ ਤੋਂ ਕੀ ਭਾਵ ਹੈ, ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਸੋ ਸਾਰੇ ਕੁਐਸਚਨ ਲਿਖ ਲਓ ਜਿਹੜੇ ਅਸੀਂ ਬਾਰੀ-ਬਾਰੀ ਕਰਨੇ ਆ, ਫਿਰ ਉਸ ਤੋਂ ਬਾਅਦ ਅਗਲਾ ਕੁਐਸਚਨ ਜਿਹੜਾ ਹੈ ਟੇਕ ਅਪ ਕਰ ਲਾਂਗੇ। ਤੁਲਾਤਮਕ ਵਿਧੀ ਨੂੰ ਪਰਿਭਾਸ਼ਿਤ ਕਰੋ।
ਅਤੇ ਇਸ ਦੇ ਵਿਸ਼ੇ ਵਸਤੂ ਅਤੇ ਇਸ ਦੇ ਵਿਸ਼ੇ ਵਸਤੂ ਅਤੇ ਸੀਮਾਵਾਂ ਦਾ ਵਰਣਨ ਕਰੋ। ਇਸ ਦੇ ਵਿਸ਼ੇ ਵਸਤੂ ਅਤੇ ਸੀਮਾਵਾਂ ਦਾ ਵਰਣਨ ਕਰੋ। ਉਸ ਤੋਂ ਬਾਅਦ ਅਗਲਾ ਤੁਸੀਂ ਲਿਖ ਲਓ ਜੀ, ਅਗਲਾ ਕੁਐਸਚਨ ਲਿਖ ਲਓ। ਤੁਲਾਤਮਕ ਵਿਧੀ ਦੇ ਅਰਥ, ਵਿਸ਼ੇ ਵਸਤੂ ਅਤੇ ਮਹੱਤਤਾ ਦਾ ਵਰਣਨ ਕਰੋ। ਹੁਣ ਅਗਰ ਇਹ ਕੁਐਸਚਨਾਂ ਦੀ ਅਸੀਂ ਪੇਪਰਾਂ 'ਚ ਆਉਣ ਦੀ ਗੱਲ ਕਰੀਏ ਤਾਂ ਜਿਹੜਾ ਪਹਿਲਾ ਵਾਲਾ ਕੁਐਸਚਨ ਹੈ ਉਹ ਅਪ੍ਰੈਲ 2015 ਦੇ ਵਿੱਚ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਐਨੂਅਲ ਪੇਪਰ ਹੋਏ ਸੀ ਉਹਦੇ ਵਿੱਚ ਆਇਆ ਸੀ। ਫਿਰ ਜਿਹੜਾ ਉਸ ਤੋਂ ਬਾਅਦ ਸੈਕੰਡ ਕੁਐਸਚਨ ਹੈ ਉਹ 2016 ਚ ਵੀ ਆਇਆ, 2012 ਚ ਵੀ ਆਇਆ ਤੇ 2017 ਦੇ ਵਿੱਚ ਵੀ ਉਹ ਆਇਆ। ਉਸ ਤੋਂ ਬਾਅਦ ਅਗਰ ਅਸੀਂ ਤੀਸਰੇ ਕੁਐਸਚਨ ਦੀ ਗੱਲ ਕਰੀਏ, ਇਹ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਮੈਸਟਰ ਦੇ ਪੇਪਰ ਹੈ 2017 ਦੇ ਅਪ੍ਰੈਲ 2011 ਚ ਵੀ ਆਇਆ, 15 ਚ ਵੀ ਆਇਆ, ਠੀਕ ਹੈ। ਫਿਰ 2015 ਦੇ ਵਿੱਚ ਫਿਰ ਦੁਬਾਰਾ ਜਿਹੜਾ ਸਮੈਸਟਰ ਦੇ ਵਿੱਚ ਜਿਹੜਾ ਆਇਆ। ਫਿਰ ਇਸ ਤੋਂ ਬਾਅਦ 2019 ਦੇ ਵਿੱਚ ਆਇਆ ਲਾਸਟ ਕੁਐਸਚਨ ਜਿਹੜਾ ਹੈ, ਲਾਸਟ ਕੁਐਸਚਨ ਲਿਖ ਲਓ, ਪੰਜਵਾਂ ਕੁਐਸਚਨ। what do you mean by comparative method? What do you mean by comparative method? Discuss the difficulties in the way of comparative method. In the way of comparative method. In the way of comparative method. ਸੋ ਇਹਦੇ ਵਿੱਚ ਹੁਣ ਜਿਹੜਾ ਆਪਾਂ ਪਹਿਲਾ ਐਸਪੈਕਟ ਹੈ ਉਹ ਲਵਾਂਗੇ, ਇਹਦਾ ਇਤਿਹਾਸ ਆਪਾਂ ਡਿਸਕਸ ਕਰਦੇ ਹਾਂ। ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈਗਾ ਕਿ ਤੁਲਾਤਮਕ ਵਿਧੀ ਦਾ ਆਰੰਭ ਯੂਨਾਨੀਆਂ ਤੋਂ ਹੁੰਦਾ ਹੈ, ਖਾਸ ਕਰਕੇ ਅਰਸਤੂ ਤੋਂ ਹੁੰਦਾ ਹੈ। ਸੋ ਜਿਹੜਾ ਹੈਰੀ ਅਰਿਸਟਨ ਸੀਗਾ ਉਹਨੇ ਕੀ ਕਿਹਾ ਹੈਗਾ ਇਸ ਸੰਦਰਭ ਦੇ ਵਿੱਚ, ਹੈਰੀ ਅਰਿਸਟਨ is of the opinion that competitive study of political institutions, constitutions and governments has a very long and prestigious history. ਉਹ ਕਹਿੰਦਾ, ਹੈਰੀ ਅਰਿਸਟਨ ਕਹਿੰਦਾ ਹੈਗਾ ਕਿ ਜਿਹੜੀ ਤੁਲਾਤਮਕ ਵਿਧੀ ਹੈ ਉਹਦਾ ਇਤਿਹਾਸ ਜਿਹੜਾ ਹੈ ਬਹੁਤ ਪੁਰਾਣਾ ਹੈ। ਇਹ ਉਦੋਂ ਤੋਂ ਆਰੰਭ ਹੁੰਦੀ ਹੈ ਜਦੋਂ ਤੋਂ ਰਾਜਨੀਤਿਕ ਸੰਸਥਾਵਾਂ ਦਾ ਜਨਮ ਹੋਇਆ, ਸੰਵਿਧਾਨਾਂ ਦਾ ਅਸੀਂ ਅਧਿਐਨ ਕਰਨਾ ਸ਼ੁਰੂ ਕੀਤਾ, ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਦਾ ਜਿਹੜਾ ਹੈ ਅਸੀਂ ਅਧਿਐਨ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਜਿਹੜਾ ਹੈ ਇਹ ਅਧਿਐਨ ਦਾ ਆਰੰਭ ਹੋਇਆ। ਜੇ ਅਸੀਂ ਵਿਵਸਥਿਤ ਰੂਪ ਦੇ ਵਿੱਚ ਦੇਖੀਏ ਤਾਂ ਅਰਸਤੂ ਜਿਹਦਾ ਕਾਲ 384 BC ਤੋਂ 327 BC reach the certain conclusions for making comparative study। ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਵਿਵਸਥਿਤ ਰੂਪ ਦੇ ਵਿੱਚ ਜਿਹੜਾ ਅਰਸਤੂ ਸੀਗਾ ਉਹਨੇ 158 ਜਿਹੜੇ ਨਗਰ ਰਾਜ ਸੀਗੇ ਉਸ ਵੇਲੇ ਯੂਨਾਨ ਦੇ ਵਿੱਚ, ਉਹਨਾਂ ਦੇ ਜਿਹੜਾ ਸੰਵਿਧਾਨਾਂ ਦਾ ਅਧਿਐਨ ਕਰਕੇ ਇੱਕ ਪੁਸਤਕ ਲਿਖੀ ਸੀ ਜਿਹਨੂੰ ਰਾਜਨੀਤੀ ਦਾ ਨਾਮ ਦਿੱਤਾ ਗਿਆ। ਇਸੇ ਤਰ੍ਹਾਂ ਅਰਸਤੂ ਤੋਂ ਬਾਅਦ ਇੱਕ ਆਪਣੇ ਰੋਮ ਦੇ ਵਿਚਾਰਕ ਹੋਏ ਨੇ ਪੋਲੀਬੀਅਸ, ਉਹਨਾਂ ਦਾ ਕਾਲ ਹੈਗਾ 201 BC ਤੋਂ ਲੈ ਕੇ 120 BC ਤੱਕ। ਫਿਰ ਉਸ ਤੋਂ ਬਾਅਦ ਸਿਸਰੋ ਹੋਏ ਹੈ, ਠੀਕ ਹੈ। ਇਹਨਾਂ ਸਾਰੇ ਵਿਚਾਰਕਾਂ ਨੇ ਜਿਹੜਾ ਹੈ ਤੁਲਾਤਮਕ ਵਿਧੀ ਦਾ ਜਿਹੜਾ ਹੈਗਾ ਉਹ ਪ੍ਰਯੋਗ ਜਿਹੜਾ ਹੈ ਉਹ ਕੀਤਾ। ਅਗਰ ਉਸ ਤੋਂ ਬਾਅਦ ਅਸੀਂ ਅਗਰ ਗੱਲ ਕਰੀਏ 16ਵੀਂ ਸਦੀ ਦੇ ਵਿੱਚ ਮੱਧ ਕਾਲ ਦੀ ਅਗਰ ਗੱਲ ਕਰੀਏ ਤੇ ਮੱਧ ਕਾਲ ਦੇ ਵਿੱਚ ਜਿਹੜਾ ਮੈਕਾਵਲੀ ਸੀਗਾ ਉਹ ਪਹਿਲਾ ਰਾਜਨੀਤਿਕ ਵਿਚਾਰਕ ਸੀਗਾ ਜਿਹਨੇ ਕਿ ਕੰਪੈਰੇਟਿਵ ਮੈਥਡ ਦਾ ਤੁਲਾਤਮਕ ਵਿਧੀ ਦਾ ਜਿਹੜਾ ਹੈ ਦਾ ਪ੍ਰਯੋਗ ਕਰਦਿਆਂ ਹੋਇਆਂ ਦੋ ਕਿਤਾਬਾਂ ਲਿਖੀਆਂ। ਇੱਕ ਦਾ ਨਾਮ ਦੀ ਪ੍ਰਿੰਸ ਸੀਗਾ, ਦੂਸਰੀ ਦਾ ਨਾਮ ਦੀ ਡਿਸਕੋਰਸ ਸੀਗਾ। based on realism and basis of modern political science। ਤੇ ਜਿਹੜੀਆਂ ਦੋਨੋਂ ਕਿਤਾਬਾਂ ਸੀਗੀਆਂ ਇਹ ਵਿਕਸਿਤ ਅਤੇ ਵਿਵਸਥਿਤ ਰੂਪ ਦੇ ਵਿੱਚ ਜਿਹੜਾ ਹੈ ਜਿਹੜੀ ਉਸ ਸਮੇਂ ਉਸ ਕਾਲ ਦੀ ਜਿਹੜੀ ਰਾਜਨੀਤੀ ਸੀਗੀ, ਜਿਹੜੀ ਆਪਾਂ ਕਹਿ ਲਓ ਪ੍ਰੈਕਟੀਕਲ ਜਿਹੜੀ ਪੋਲਿਟਿਕਸ ਸੀਗੀ ਉਹਨੂੰ ਉਹਦੇ ਤੇ ਆਧਾਰਿਤ ਸੀਗੀ। ਉਹਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਆਪਣੇ ਮੈਕਾਵਲੀ ਸੀਗੇ ਉਹਨੇ ਜਿਹੜਾ ਇਹ ਗੱਲ ਬੜੀ ਸਾਰੀ ਕੀਤੀ ਸੀ। ਅਗਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀਨ ਬੋਦੀਨ, ਇਹ ਇੱਕ ਜਿਹੜਾ ਲਾਅ ਜੂਰਿਸਟ ਸੀਗਾ 1530 ਤੋਂ 1596, ਮੇਡ ਅ ਕੰਪੈਰੇਟਿਵ ਸਟੱਡੀ ਆਫ ਯੂਰਪੀਅਨ ਸਿਸਟਮਸ ਆਫ ਗਵਰਨਮੈਂਟ। 18ਵੀਂ ਸਦੀ ਦੇ ਵਿੱਚ ਫ੍ਰੈਂਚ ਥਿੰਕਰ ਹੋਇਆ ਮੋਂਟੈਸਕਿਊ ਜਿਹਨੇ ਕਿ
ਸੈਪਰੇਸ਼ਨ ਆਫ ਪਾਵਰਸ ਦਾ ਜਿਹੜਾ ਪ੍ਰਿੰਸੀਪਲ ਦਿੱਤਾ, ਜਿਹਦੇ ਆਧਾਰ ਉੱਤੇ ਜਿਹੜਾ ਅਮਰੀਕਾ ਦਾ ਸੰਵਿਧਾਨ ਬਣਿਆ ਔਰ ਜਿਹਦੇ ਆਧਾਰ ਉੱਤੇ ਅਮਰੀਕਨ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਉਹ ਚੱਲ ਰਿਹਾ। ਸੋ ਅਗਰ 19ਵੀਂ ਸ਼ਤਾਬਦੀ ਦੀ ਗੱਲ ਕਰੀਏ, ਕਿਹੜੇ ਕਿਹੜੇ ਵਿਚਾਰਕਾਂ ਨੇ ਇਸ ਵਿਧੀ ਦਾ ਸਮਰਥਨ ਕੀਤਾ, ਉਹ ਸੀਗਾ ਟ੍ਰੈਕੋਵਿਲੀ ਸੀਗਾ, ਫਿਰ ਅਗਸਟ ਕਾਮਟੇ ਸੀਗਾ, ਫਿਰ ਕਾਰਲ ਮਾਰਕਸ ਸੀਗਾ, ਫਿਰ ਹੈਨਰੀ ਮੇਨ ਸੀਗਾ, ਬੈਗੋਟ ਸੀਗਾ। ਯੂਜ਼ਡ ਕੰਪੈਰੀਟਿਵ ਮੈਥਡ ਫॉर ਸਟੱਡਿੰਗ ਥਿਓਰੈਟੀਕਲ ਐਂਡ ਪ੍ਰੈਕਟੀਕਲ ਐਸਪੈਕਟਸ ਆਫ ਪੋਲਿਟਿਕਸ। मतलब राजनीति ਨੂੰ ਪੜ੍ਹਨ ਵਾਸਤੇ, ਉਹਦੇ ਪ੍ਰੈਕਟੀਕਲ ਐਸਪੈਕਟ ਨੂੰ ਪੜ੍ਹਨ ਵਾਸਤੇ ਜਿਹੜਾ ਸੀਗਾ ਇਹ ਦੋਨੋਂ ਜਿਹੜੇ ਵਿਚਾਰਕ ਸੀਗੇ ਉਹਨਾਂ ਨੇ ਤੁਲਾਤਮਕ ਵਿਧੀ ਦਾ ਜਿਹੜਾ ਸੀਗਾ ਪ੍ਰਯੋਗ ਕੀਤਾ। ਉਹਨਾਂ ਨੇ ਇਸ ਆਧਾਰ ਉੱਤੇ ਕੁਝ ਤੁਲਾਤਮਕ ਵਿਧੀ ਦੀਆਂ ਵਿਸ਼ੇਸ਼ਤਾਵਾਂ ਦਿੱਤੀਆਂ। ਥੀਸ ਵਰ ਮੋਸਟਲੀ ਬੇਸਡ ਔਨ ਮੋਰੈਲਿਟੀ ਐਂਡ ਆਈਡੀਓਲੋਜੀ। ਉਹਨਾਂ ਦਾ ਜਿਹੜਾ ਅਧਿਐਨ ਸੀਗਾ ਉਹ ਮੋਰੈਲਿਟੀ ਆਪਾਂ ਕਹਿੰਦੇ ਆ, ਮੋਰਲ ਵੈਲਿਊਜ਼ ਆਪਾਂ ਕਹਿੰਦੇ ਆ। ਮੋਰੈਲਿਟੀ ਦਾ ਮੈਨੂੰ ਪੰਜਾਬੀ ਅਨੁਵਾਦ ਇਸ ਵੇਲੇ ਨਹੀਂ ਆ ਰਿਹਾ। ਆਈਡੀਅਲਿਜ਼ਮ ਕਹਿੰਦੇ ਆ ਆਪਾਂ ਜਿਹੜੀ ਚੀਜ਼ ਆਈਡੀਅਲ ਹੋਵੇ, ਜਾਂ ਜਿਹੜੀ ਚੀਜ਼ ਜਿਹੜੀ ਹੈ ਆਦਰਸ਼ਵਾਦੀ ਜਿਹਨੂੰ ਕਹਿੰਦੇ ਆ ਆਪਾਂ ਪੰਜਾਬੀ ਚ, ਆਦਰਸ਼ਵਾਦੀ ਤੇ ਮੋਰਲ ਵੈਲਿਊਜ਼ ਦੇ ਆਧਾਰਿਤ ਸੀ। ਇਨ ਯੂਜ਼ਿੰਗ more emphasis is laid on theoretical aspect। मतलब उस समय अगर आप 19वीं शताब्दी की गल करिए, 1950 तो पहला की गल करिए, तो उस समय जड़ा है थोरैटिकल एस्पैक्ट ही देखा जाता है। थ्योरी के रूप के विच जड़ा है सारिया चीज़ों को, या सिद्धांतिक रूप के विच जड़ियां सारिया चीज़ां सीगियां उन्होंने जड़ा सीगा वो पढ़िया जाता सी। अगर असी वर्किंग की गल करिए, अगर प्रैक्टिकल एस्पैक्ट की गल करिए, तो प्रैक्टिकल एस्पैक्ट उत्ते घट जड़ा है जोर दिता जाता सी। प्रैक्टिकल एस्पैक्ट नूं इग्नोर ही कर दिता जाता सी। ओनली स्टडी ऑफ यूरोपीयन सिस्टम्स ऑफ गवर्नमेंट वाज मेड। सो इसके अंदर जिन्ने भी तुलात्मक विचारक हुए उन्होंने जिहड़े विकसित यूरोपीयन राजनीतिक प्रणालियां सीगियां या संविधान सीगे उन्हां दा जिहड़ा सीगा अध्ययन जिहड़ा सीगा वो करना शुरू किया। ठीक है जी, उही अध्ययन किया जिहड़ा है वो जांदा सी। अच्छा, उस तो बाद अगर असी फिर अगला अगर पॉइंट डिस्कस करिए, मोर एम्फेसिस वाज लेड ऑन इंस्टीट्यूशनल एस्पेक्ट। सिर्फ संस्थावां ਜਿਹੜੀਆਂ मौजूद ਸੀਗੀਆਂ ਉਹਨਾਂ ਦਾ ਤੁਲਨਾਤਮਕ ਅਧਿਐਨ ਜਿਹੜਾ ਹੈ ਉਹ ਕੀਤਾ ਜਾਂਦਾ ਸੀ। where no special attention was given to the performance of institutions or to the factors influencing their performance। ਹੁਣ ਉਹਨਾਂ ਤੱਤਾਂ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ ਸੀ ਜਿਹਦੇ ਆਧਾਰ ਉੱਤੇ ਇਹ ਸਾਰੀਆਂ ਚੀਜ਼ਾਂ ਨੂੰ ਪੜ੍ਹਿਆ ਜਾਂਦਾ, ਜਾਂ ਜਿਹੜੇ ਤੱਤ ਇਸ ਨੂੰ ਪ੍ਰਭਾਵਿਤ ਕਰਦੇ ਆ ਉਹਦਾ ਅਧਿਐਨ ਜਿਹੜਾ ਹੈ ਉਹ ਨਹੀਂ ਕੀਤਾ ਜਾਂਦਾ ਸੀ। ਫਿਰ ਅਗਰ ਅਸੀਂ ਅਗਲੀ ਗੱਲ ਕਰੀਏ 20ਵੀਂ ਸਦੀ ਦੇ ਅਗਰ ਵਿਚਾਰਕਾਂ ਦੀ ਗੱਲ ਕਰੀਏ ਤਾਂ 20ਵੀਂ ਸਦੀ ਦੇ ਵਿਚਾਰਕਾਂ ਨੇ ਜਿਹੜਾ ਸੀਗਾ ਉਹਨਾਂ ਦੇ ਜਿਹੜੇ ਮੈਥੋਡੋਲੋਜੀ ਸੀਗੇ ਉਹਦੇ ਵਿੱਚ ਜਦੋਂ ਫਰਕ ਆਇਆ, ਇਹਦੇ ਵਿੱਚ ਜਿਹੜੇ ਮੁੱਖ ਵਿਚਾਰਕ ਸੀਗੇ ਮੈਕਾਇਵਰ ਸੀਗਾ ਜੀ, ਲਾਰਡ ਬ੍ਰਾਇਸ ਸੀਗਾ, ਹਰਮਨ ਫਾਈਨਰ ਸੀਗਾ, ਕਾਰਲ ਫਰੈਡਰਿਕ ਸੀਗਾ, ਜੀ.ਏ. ਆਲਮੰਡ ਸੀਗਾ, ਡੇਵਿਡ ਈਸਟਨ ਸੀ, ਹੈਨਰੀ ਐਰਿਕਸਨ ਸੀਗਾ, ਡੇਵਿਡ ਐਫਟਰ ਸੀਗਾ। ਸੋ ਇਹਨਾਂ ਵਿਚਾਰਕਾਂ ਨੇ ਜਿਹੜਾ ਹਿਊਮਨ ਬਿਹੇਵੀਅਰ ਜਿਹੜਾ ਹਿਊਮਨ ਬਿਹੇਵੀਅਰ ਦਾ ਕਨਸੈਪਟ ਹੈ ਉਹ ਰਾਜਨੀਤੀ ਦੇ ਵਿੱਚ ਜਾਂ ਤੁਲਾਤਮਕ ਰਾਜਨੀਤੀ ਦੇ ਵਿੱਚ ਜਾਂ ਤੁਲਾਤਮਕ ਅਧਿਐਨ ਦੇ ਵਿੱਚ ਹਿਊਮਨ ਬਿਹੇਵੀਅਰ ਨੂੰ ਇੰਪੋਰਟੈਂਸ ਦੇਣੀ ਜਿਹੜੀ ਹੈ ਉਹ ਸ਼ੁਰੂ ਕੀਤੀ। ਠੀਕ ਹੈ ਜੀ। ਹੁਣ ਫਿਰ 1950 ਤੋਂ ਬਾਅਦ ਤਾਂ ਜਿਹੜਾ ਅਧਿਐਨ ਦੀਆਂ ਪਰਿਸਥਿਤੀਆਂ ਸੀਗੀਆਂ, ਤੁਲਾਤਮਕ ਅਧਿਐਨ ਦੀਆਂ ਪਰਿਸਥਿਤੀਆਂ ਵੀ ਬਦਲੀਆਂ, ਉਹ ਹੋਰ ਜ਼ਿਆਦਾ ਜਿਹੜੇ ਆ ਪ੍ਰੈਕਟੀਕਲ ਹੋਈਆਂ, ਉਹ ਹੋਰ ਜ਼ਿਆਦਾ ਜਿਹੜਾ ਹੈਗਾ ਵਰਕਿੰਗ ਆਫ ਇੰਸਟੀਟਿਊਸ਼ਨਸ ਉੱਤੇ ਜਿਹੜਾ ਸੀਗਾ ਅਸੀਂ ਜ਼ੋਰ ਦੇਣਾ ਸ਼ੁਰੂ ਕੀਤਾ। ਫਿਰ ਜਿਹੜੇ ਕੰਪੈਰੇਟਿਵ ਸਟੱਡੀ ਆਫ ਇਨਫਰਾਸਟਰਕਚਰਸ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਗਈ। ਫਿਰ ਅਸੀਂ ਇੰਟਰਡਿਸਪਲਿਨਰੀ ਫੋਕਸ ਉੱਤੇ ਜਿਹੜਾ ਹੈ ਜ਼ਿਆਦਾ ਜ਼ੋਰ ਦੇਣਾ ਸ਼ੁਰੂ ਕੀਤਾ, ਜਾਂ ਇੰਟਰਡਿਸਪਲਿਨਰੀ ਮੈਥਡ ਜਿਹੜਾ ਸੀਗਾ ਉਹ ਅਸੀਂ ਜਿਹੜਾ ਸੀਗਾ ਉਹ ਕਰਨਾ ਜਿਹੜਾ ਸੀਗਾ ਸ਼ੁਰੂ ਕੀਤਾ। ਠੀਕ ਹੈ ਜੀ। ਸੋ ਅੱਜ ਦਾ ਮੈਂ ਲੈਕਚਰ ਜਿਹੜਾ ਹੈ ਇਹਦਾ ਮੀਨਿੰਗ ਡਿਸਕਸ ਕਰਕੇ ਫਿਰ ਅੱਜ ਦਾ ਲੈਕਚਰ ਜਿਹੜਾ ਹੈ ਵਾਈਂਡ ਅਪ ਕਰਾਂਗੇ। ਹੁਣ ਮੀਨਿੰਗ ਐਂਡ ਡੈਫੀਨੇਸ਼ਨਸ ਆਫ ਕੰਪੈਰੇਟਿਵ ਮੈਥਡ, ਇਹਦੇ ਵਿੱਚ ਵੀ ਅਸੀਂ 3-4 ਜਿਹੜੀਆਂ ਪਰਿਭਾਸ਼ਾਵਾਂ ਹੈ ਪ੍ਰਮੁੱਖ ਉਹ ਯਾਦ ਕਰਨੀਆਂ। ਇਹਦੇ ਵਿੱਚ ਜਿਹੜਾ ਪਹਿਲਾ ਵਿਚਾਰਕ ਹੈ ਜਿਹਨੇ ਇਹਦੀ ਪਰਿਭਾਸ਼ਾ ਦਿੱਤੀ ਹੈ ਤੁਲਾਤਮਕ ਵਿਧੀ ਦੀ, ਉਹ ਹੈਗਾ ਜੀ.ਕੇ. ਰੌਬਰਟਸ। ਜੀ.ਕੇ. ਰੌਬਰਟਸ ਕਹਿੰਦਾ ਕੰਪੈਰੇਟਿਵ ਮੈਥਡ ਇਜ਼ ਮੈਥਡ ਆਫ ਐਨਾਲਿਸਿਸ।
ਉਹ ਕਹਿੰਦਾ ਜਿਹੜੀ ਤੁਲਾਤਮਕ ਵਿਧੀ ਹੈ ਉਹਦੇ ਰਾਹੀਂ ਅਸੀਂ ਵਿਸ਼ਲੇਸ਼ਣ ਕਰਦੇ ਹਾਂ। ਵਿਸ਼ਲੇਸ਼ਾਤਮਕ ਇੱਕ ਵਿਧੀ ਹੈ used in political science। ਇਹਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਰਾਜਨੀਤੀ ਸ਼ਾਸਤਰ ਦੇ ਵਿੱਚ। ਕਾਹਦੇ ਵਾਸਤੇ? ਟੂ ਕਲਾਸੀਫਾਈ ਐਂਡ ਐਕਸਪਲੇਨ ਡਾਟਾ। ਮਤਲਬ ਜਿਹੜੇ ਤੱਤ ਸਾਡੇ ਕੋਲ ਹੁੰਦੇ ਹੈ, ਜਿਹੜਾ ਡਾਟਾ ਸਾਡੇ ਕੋਲ ਹੁੰਦਾ ਹੈ, ਉਹਨੂੰ ਵਰਗੀਕ੍ਰਿਤ ਕਰਨ ਲਈ ਅਤੇ ਉਸ ਵਰਗੀਕ੍ਰਿਤ ਜਿਹੜਾ ਡਾਟਾ ਹੁੰਦਾ ਉਹਨੂੰ ਪਰਿਭਾਸ਼ਿਤ ਕਰਨ ਲਈ ਜਾਂ ਐਕਸਪਲੇਨ ਕਰਨ ਲਈ ਜਿਹੜਾ ਹੈ, ਔਰ ਰਾਜਨੀਤਿਕ ਜਿਹੜੀਆਂ ਵਿਵਸਥਾਵਾਂ ਹੈ ਜਾਂ ਜਿਹੜੇ ਸੰਵਿਧਾਨ ਹੈ ਉਹਨਾਂ ਦੇ ਵਿੱਚ ਮਤਲਬ ਜਿਹੜੀਆਂ ਅਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਪਾਈਆਂ ਜਾਂਦੀਆਂ, ਉਹਨਾਂ ਜਿਹੜੀਆਂ ਚੀਜ਼ਾਂ ਹੈ ਉਹਨਾਂ ਦਾ ਅਧਿਐਨ ਅਸੀਂ ਕਰਦੇ, ਉਹਨਾਂ ਆਈਟਮਸ ਨੂੰ ਅਸੀਂ ਜਿਹੜਾ ਹੈ ਪੜ੍ਹਦੇ। ਇਹਨੂੰ ਹੀ ਉਹ ਜਿਹੜਾ ਹੈਗਾ ਤੁਲਾਤਮਕ ਜਿਹੜਾ ਹੈ ਵਿਧੀ ਦਾ ਨਾਮ ਦਿੰਦਾ। ਉਸ ਤੋਂ ਬਾਅਦ ਇੱਕ ਹੋਰ ਡੈਫੀਨੇਸ਼ਨ ਲੈ ਲੈਂਦੇ ਆ, ਐਲਨ ਲਾਰਸਨ। ਐਲਨ ਲਾਰਸਨ ਕੀ ਕਹਿੰਦਾ? The function of comparative method is to identify uniformities and differences and to explain them। ਜਿਹੜੀਆਂ ਵੱਖ-ਵੱਖ ਰਾਜਨੀਤਿਕ ਵਿਵਸਥਾਵਾਂ ਹੈ ਜਾਂ ਜਿਹੜੀਆਂ ਵੱਖ-ਵੱਖ ਸੰਵਿਧਾਨਿਕ ਵਿਵਸਥਾਵਾਂ ਹੈ ਉਹਨਾਂ ਦੇ ਵਿੱਚ ਜਿਹੜੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਪਾਈਆਂ ਜਾਂਦੀਆਂ ਉਸ ਨੂੰ ਐਕਸਪਲੇਨ ਕਰਨ ਦਾ ਇੱਕ ਮੈਥਡ ਹੈ, ਉਸ ਨੂੰ ਅਸੀਂ ਜਿਹੜਾ ਹੈ ਤੁਲਾਤਮਕ ਵਿਧੀ ਜਿਹੜਾ ਕਹਿੰਦੇ ਹਾਂ। ਉਸ ਤੋਂ ਬਾਅਦ ਅਗਲੀ ਅਗਰ ਇੱਕ ਹੋਰ ਡੈਫੀਨੇਸ਼ਨ ਲੈ ਲੈਂਦੇ ਗਾਰਨਰ ਦੀ, the comparative method aims through the study of existing qualities and those who have existed in part assemble a definite body of material from which the investigator by selection, comparison and elimination may discover the ideal type of progressive forces of political history। So ਕੁਝ ਇਸ ਨੂੰ ਇਹੋ ਜਿਹੀ ਵਿਵਸਥਾ ਜਾਂ ਇਹੋ ਜਿਹੀ ਬੋਡੀ ਡੈਫੀਨੇਟ ਮਟੀਰੀਅਲ ਫਰੋਮ ਵਿਚ ਇਨਵੈਸਟੀਗੇਟਰ, ਮਤਲਬ ਇੱਕ ਇਹੋ ਜਿਹੀ ਵਿਵਸਥਾ ਜਾਂ ਇਹੋ ਜਿਹਾ ਮਟੀਰੀਅਲ ਜਿਹਦੇ ਆਧਾਰ ਉੱਤੇ ਤੁਲਾਤਮਕ ਵਿਧੀ ਦਾ ਪ੍ਰਯੋਗ ਕਰਦਿਆਂ ਹੋਇਆ ਤੁਲਾਤਮਕ ਅਧਿਐਨ ਹੋ ਸਕਦਾ ਹੈ, ਉਸ ਨੂੰ ਅਸੀਂ ਤੁਲਾਤਮਕ ਵਿਧੀ ਕਹਿੰਦੇ। ਸੋ ਅਗਰ ਇਹਨੂੰ ਅਸੀਂ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਪਰਿਭਾਸ਼ਿਤ ਕਰਨਾ ਹੋਵੇ ਤਾਂ ਫਿਰ ਕੀ ਕਵਾਂਗੇ? ਕੰਪੈਰੀਟਿਵ ਮੈਥਡ ਇਜ਼ ਸੱਚ ਅ ਮੈਥਡਸ by use of which different units of political institutions are compared। ਕਹਿੰਦਾ ਇਹ ਇਹੋ ਜਿਹੀ ਵਿਧੀ ਹੈ ਜਿਹਦੇ ਵਿੱਚ ਵੱਖ-ਵੱਖ ਜਿਹੜੇ ਰਾਜਨੀਤਿਕ ਇਕਾਈਆਂ ਹੈ ਉਹਨਾਂ ਦੀਆਂ ਸਿਮਿਲੈਰਿਟੀਜ਼ ਅਤੇ ਹੋਰ ਜਿਹੜੀਆਂ ਵਿਵਸਥਾਵਾਂ ਉਹਨਾਂ ਦੀ ਤੁਲਨਾ ਕੀਤੀ ਜਾਂਦੀ ਹੈ ਅਤੇ ਉਸ ਆਧਾਰ ਉੱਤੇ ਜਿਹੜਾ ਹੈ ਸਿੱਟੇ ਕੱਢੇ ਜਾਂਦੇ ਆ। ਇਸ ਵਿਵਸਥਾ ਨੂੰ ਜਿਹੜਾ ਅਸੀਂ ਕੰਪੈਰੀਟਿਵ ਮੈਥਡ ਜਿਹੜਾ ਅਸੀਂ ਕਹਿੰਦੇ। ਸੋ ਮੈਂ ਅੱਜ ਦਾ ਆਪਣਾ ਲੈਕਚਰ ਜਿਹੜਾ ਹੈ ਇੱਥੇ ਹੀ ਖਤਮ ਕਰਾਂਗਾ। ਆਪਾਂ ਇਸ ਕੁਐਸਚਨ ਦੇ ਜਿਹੜੇ ਹੈ ਦੋ ਐਸਪੈਕਟਸ ਜਿਹੜੇ ਹੈ ਇਸ ਚੈਪਟਰ ਦੇ ਵਿੱਚ ਕਵਰ ਕਰ ਲਏ। ਇੱਕ ਅਸੀਂ ਤੁਲਾਤਮਕ ਵਿਧੀ ਦਾ ਇਤਿਹਾਸ ਉੱਤੇ ਚਰਚਾ ਕੀਤੀ ਆ, ਦੂਸਰਾ ਜਿਹੜਾ ਹੈ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਕਿਸ ਚੀਜ਼ ਉੱਤੇ ਚਰਚਾ ਕੀਤੀ, ਦੂਸਰਾ ਅਸੀਂ ਜਿਹੜਾ ਹੈਗਾ ਇਹਦਾ ਅਰਥ ਦੇਖਿਆ। ਕੱਲ ਅਸੀਂ ਇਹਦਾ ਵਿਸ਼ੇ ਵਸਤੂ ਡਿਸਕਸ ਕਰਾਂਗੇ, ਇਹਦੀ ਜਿਹੜੀ ਇੰਪੋਰਟੈਂਸ ਹੈ ਉਹ ਡਿਸਕਸ ਕਰਾਂਗੇ, ਪਲੱਸ ਇਹਦੇ ਰਾਹ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਰੁਕਾਵਟਾਂ ਉਹਦੇ ਬਾਰੇ ਚਰਚਾ ਕਰਾਂਗੇ, ਔਰ ਨਾਲ ਹੀ ਨਾਲ ਜਿਹੜਾ ਹੈਗਾ ਅਸੀਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਚਾਹੀਦੀਆਂ, ਜਿਹੜੀਆਂ ਚੀਜ਼ਾਂ ਦੀ ਲੋੜ ਹੈ ਜਿਹਦੇ ਆਧਾਰ ਉੱਤੇ ਤੁਲਾਤਮਕ ਵਿਧੀ ਦਾ ਪ੍ਰਯੋਗ ਹੋ ਸਕਦਾ ਉਹਦੇ ਉੱਤੇ ਵੀ ਜਿਹੜੀ ਹੈ ਅਸੀਂ ਚਰਚਾ ਕਰਾਂਗੇ। ਸੋ ਅੱਜ ਦਾ ਲੈਕਚਰ ਬਹੁਤ ਧਿਆਨ ਨਾਲ ਸੁਣਿਓ। ਅਗਰ ਕੋਈ ਚੀਜ਼ ਨਹੀਂ, ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਮੈਨੂੰ ਤੁਸੀਂ ਸਾਰੇ ਜਣੇ ਗਰੁੱਪ ਦੇ ਵਿੱਚ ਦੱਸੋ ਕਿ ਤੁਹਾਡਾ ਕਿਹੜੀ ਕਲਾਸ ਜਿਹੜੀ ਹੈ ਖਾਲੀ ਹੁੰਦੀ ਹੈ ਜਾਂ ਜਿਹੜਾ ਪੀਰੀਅਡ ਤੁਹਾਡਾ ਕਾਲਜ ਵੱਲੋਂ ਅਲਾਟ ਕੀਤਾ ਗਿਆ ਹੈ ਉਸ ਪੀਰੀਅਡ ਦੇ ਵਿੱਚ ਅਸੀਂ ਜਿਹੜੀ ਹੈ ਇੱਕ ਜਿਹੜੀ ਹੈ ਪ੍ਰੋਬਲਮ ਸੋਲਵਿੰਗ ਜਿਹੜੀ ਕਲਾਸ ਜਿਹੜੀ ਹੈ ਉਹ ਲਗਾ ਜਿਹੜੀ ਹੈ ਸਕਦੇ। ਠੀਕ ਹੈ, ਅੱਜ ਦਾ ਮੈਂ ਲੈਕਚਰ ਜਿਹੜਾ